ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਵਿਸ਼ੇਸ਼ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ, ਅੱਜ 18 ਮਾਰਚ 2026 5 ਚੇਤ ਨਾਨਕਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਵਿਊਅਰਸ ਆ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਕਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਟੋਰਾਂਟੋ ਕੈਨੇਡਾ ਤੋਂ ਸਰਦਾਰ ਜਤਿੰਦਰ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5168619184। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ, ਜਿਸ ਤਰ੍ਹਾਂ ਕਿ ਕੱਲ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਸੀ ਇਹ YouTube ਤੇ ਔਰ Facebook ਤੇ ਲਾਈਵ ਨਹੀਂ ਚੱਲਿਆ। ਉਹਦਾ ਕਾਰਨ ਇਹ ਸੀ ਕਿ ਜਿਹੜੀ ਟੈਕਨੀਕਲ ਪ੍ਰੋਬਲਮ ਸੀ, ਸੋ ਉਹ ਗਲਿਚ ਅੱਜ ਵੀ ਸੀ। ਸੋ ਦੈਟਸ ਵਾਈ ਅਸੀਂ ਜਿਹੜਾ ਪ੍ਰੋਗਰਾਮ ਹੈ ਲੇਟ ਸ਼ੁਰੂ ਕੀਤਾ ਹੈ। ਹੋਪਫੁਲੀ ਇਹ ਪ੍ਰੋਗਰਾਮ ਇੱਦਾਂ ਹੀ ਤੁਸੀਂ ਲਾਈਵ ਦੇਖੋਗੇ ਅਗਲੇ ਦਿਨਾਂ ਦੇ ਵਿੱਚ ਵੀ ਔਰ ਆਉਂਦੇ ਸਮੇਂ ਦੇ ਵਿੱਚ ਵੀ ਔਰ ਅੱਜ ਵੀ। ਸੋ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਜਿਸ ਤਰ੍ਹਾਂ ਕਿ ਅੱਜ ਦੇ ਜਿਹੜਾ ਪਹਿਲਾ ਸਾਡਾ ਲੀਡ ਜਿਹੜਾ ਟੌਪਿਕ ਹੈ ਉਸ ਦੇ ਹਵਾਲੇ ਨਾਲ ਕਿ ਜਿਸ ਤਰ੍ਹਾਂ ਕਿ ਇਰਾਨ ਜੰਗ ਦੇ ਹਵਾਲੇ ਨਾਲ ਕਿ ਇਜ਼ਰਾਈਲ ਤੇ ਅਮਰੀਕਾ ਵੱਲੋਂ ਜਿਹੜੇ ਇਰਾਨ ਦੇ ਖਿਲਾਫ ਵਿੱਢੀ ਜੰਗ ਜਿਹੜੀ ਹੈ 20ਵੇਂ ਦਿਨ ਵਿੱਚ ਦਾਖਲ ਹੋ ਚੁੱਕੀ ਹੈ ਔਰ ਇਜ਼ਰਾਈਲ ਨੇ ਇਰਾਨੀ ਲੀਡਰਸ਼ਿਪ ਦਾ ਇੱਕ ਹੋਰ ਅਹਿਮ ਨਿਸ਼ਾਨਾ ਜਿਹੜਾ ਉਹ ਫੁੰਡਿਆ, ਉਹ ਹੈ ਇਰਾਨ ਦਾ ਇੰਟੈਲੀਜੈਂਸ ਮਿਨਿਸਟਰ ਇਸਮਾਇਲ ਖਾਤਿਬ। ਸੋ ਇਰਾਨ ਵੱਲੋਂ ਇਜ਼ਰਾਈਲ ਦੇ ਖਿਲਾਫ ਕਲਸਟਰ ਬੰਬਾਂ ਦਾ ਜਿਹੜਾ ਇਸਤੇਮਾਲ ਕੀਤਾ ਗਿਆ ਔਰ ਦੂਸਰੇ ਪਾਸੇ ਯੂਰਪ ਦੇ ਅੱਡ-ਅੱਡ ਮੁਲਕਾਂ ਨੇ ਸਿੱਧੇ ਤੌਰ ਤੇ ਅਮਰੀਕਾ ਨੂੰ ਕਿਹਾ ਹੈ ਕਿ ਇਹ ਸਾਡੀ ਜੰਗ ਨਹੀਂ ਹੈ, ਇਸ ਲਈ ਅਸੀਂ ਇਸ ਵਿੱਚ ਸ਼ਾਮਲ ਨਹੀਂ ਹੋ ਸਕਦੇ। ਸੋ ਵੀਅਰਸ, ਹੁਣ ਇਹ ਦੇਖਣਾ ਹੋਵੇਗਾ ਕਿ ਜੰਗ ਦੇ ਖਤਮ ਹੋਣ ਤੋਂ ਬਾਅਦ ਨੈਟੋ ਦੀ ਹੋਂਦ ਜਿਹੜੀ ਬਚੇਗੀ ਜਾਂ ਇਸ ਦਾ ਭੋਗ ਪੈ ਜਾਵੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਜਤਿੰਦਰ ਸਿੰਘ ਟੋਰਾਂਟੋ ਨਿਵਾਸੀ ਕੈਨੇਡਾ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਸਾਡੇ ਰੈਗੂਲਰ ਵਿਊਅਰ ਵੀ ਨੇ, ਰੈਗੂਲਰ ਕੰਟਰੀਬਿਊਟਰ ਵੀ ਨੇ ਔਰ ਜੇ ਮੈਂ ਕਹਿਣਾ ਹੋਏ ਕਿ 1992-93 ਤੋਂ ਜਦੋਂ ਕਿ ਖਾਲਿਸਤਾਨ ਅਫੇਅਰ ਸੈਂਟਰ ਦੀ ਸ਼ੁਰੂਆਤ ਹੋਈ ਔਰ ਸਾਡਾ ਪ੍ਰੋਗਰਾਮ ਅੱਜ ਦੀ ਆਵਾਜ਼ ਦੇ ਨਾਲ ਰੈਗੂਲਰ ਇੰਟਰਵਿਊ ਰਿਹਾ, ਉਹਨਾਂ ਜ਼ਮਾਨਿਆਂ ਤੋਂ ਹੀ ਇਹ ਸਾਡੇ ਨਾਲ ਜੁੜੇ ਹੋਏ ਨੇ। ਉਸ ਪੀਰੀਅਡ 'ਚ ਜਦੋਂ ਇਹ ਤਖਤ ਸ੍ਰੀ ਹਜ਼ੂਰ ਸਾਹਿਬ ਔਰ ਦਰਬਾਰ ਸਾਹਿਬ, ਪੌਂਟਾ ਸਾਹਿਬ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਗਏ ਤੇ ਇਹਨਾਂ ਨੇ ਵੱਡਾ ਇੱਕ ਜਿਹੜਾ ਚਾਰਟ ਬਣਾ ਕੇ ਉੱਥੇ ਵੀ ਜਾ ਕੇ ਚਪਕਾਇਆ ਕਿ ਆਹ ਪ੍ਰੋਗਰਾਮ ਤੁਸੀਂ ਜਿਹੜਾ ਇਸ ਤਰੀਕੇ ਨਾਲ ਦੇਖ ਸਕਦੇ ਹੋ। ਟੀਵੀ 84 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਜਿਹੜਾ ਇਹਨਾਂ ਦੇ ਜਦੋਂ ਸਿੰਘਣੀ ਸਾਹਿਬਾਂ ਦੇ ਨਾਲ ਵੀ ਮਿਲਣ ਆਏ ਔਰ ਅਫਸੋਸ ਕੁਛ ਮਹੀਨੇ ਪਹਿਲਾਂ ਇਹਨਾਂ ਦੇ ਸਿੰਘਣੀ ਸਾਹਿਬਾਂ ਜਿਹੜੇ ਬਹੁਤ ਡੈਡੀਕੇਟਿਡ, ਬੜੇ ਜਿਹੜਾ ਗੁਰਸਿੱਖੀ ਦਾ ਆਦਰਸ਼ ਨਮੂਨਾ ਉਹ ਸਾਨੂੰ ਸਭ ਨੂੰ ਵਿਛੋੜਾ ਦੇ ਗਏ ਨੇ। ਉਹਨਾਂ ਦਾ ਵੀ ਵੈਰਾਗ ਇਸ ਪੀਰੀਅਡ 'ਚ ਕਾਫੀ ਰਿਹਾ ਹੈ। ਬੱਚੀਆਂ ਦਾ ਖਾਸ ਤੌਰ 'ਤੇ ਉਹਨਾਂ ਦੀ ਬੇਟੀ ਪ੍ਰੀਤੀ ਜਿਹੜੀ ਇੱਕ ਬੜੀ ਜਿਹੜੀ ਜਿਸ ਨੇ ਆਪਣੀ
ਮਾਤਾ ਦੀ ਵੀ ਬਹੁਤ ਸੇਵਾ ਕੀਤੀ, ਸਿੱਖੀ ਭਾਵਨਾਵਾਂ ਨੂੰ ਅਪਣਾਈ ਹੋਈ ਹੈ। ਲੇਕਿਨ ਮੈਂ ਇਹ ਦੇਖਦਾ ਕਿ ਵੀ ਇਹ ਠੀਕ ਹੈ ਜ਼ਿੰਦਗੀ ਦੇ ਵਿੱਚ ਜਿੱਥੇ ਤੁਹਾਡਾ ਜੀਵਨ ਸਾਥੀ ਜਦੋਂ ਜਾਂਦਾ ਹੈ ਔਰ ਉਹ ਵੀ ਜਿਹੜਾ ਉਸ ਕਦਰ ਸਿੱਖੀ ਨਾਲ ਜੁੜਿਆ ਹੋਏ, ਇਹ ਇੱਕ ਬੜਾ ਵੱਡਾ ਸ਼ੌਕ, ਵੱਡਾ ਗੈਪ ਜਾਂ ਨਾ ਸਹਾਰਿਆ ਜਾਣ ਜੋਗਾ ਸਦਮਾ ਹੁੰਦਾ ਹੈ। ਪਰ ਇਨ ਦਾ ਐਂਡ ਆਫ ਦਾ ਡੇ ਗੁਰੂ ਸਾਹਿਬਾਨ ਨੇ ਸਾਨੂੰ ਇਹੀ ਸਿਖਾਇਆ ਕਿ ਜਿਸ ਠਾਕਰ ਸਿਓ ਨਾ ਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰ। ਅਸੀਂ ਕਰ ਵੀ ਕੀ ਸਕਦੇ ਹਾਂ। ਸੋ ਅੱਜ ਭਾਈ ਸਾਹਿਬ ਨੇ ਖੁਦ ਹੀ ਕਾਲ ਕਰਕੇ ਕਿਹਾ ਕਿ ਭਾਈ ਮੇਰੀ ਰੈਗੂਲਰ ਡੋਨੇਸ਼ਨ ਜਿਹੜੀ ਚੱਲਦੀ ਹੈ ਸਾਲ ਦੀ, ਉਸ ਦੀ ਜਿਹੜੀ ਹੈ ਉਹਨੂੰ ਅਸੀਂ ਜਿਹੜਾ ਹੈ ਅੱਜ ਤੁਸੀਂ ਸਾਡੇ ਵੱਲੋਂ ਕਰੋ ਪ੍ਰੋਗਰਾਮ ਇਹ ਸਪਾਂਸਰ। ਤੇ ਹਮਦਰਦੀ ਦੇ ਲਫ਼ਜ਼ ਹੀ ਨੇ। ਮੈਨੂੰ ਪਤਾ ਹੈ ਕਿ ਵੀ ਇਸ ਸਾਰੇ ਡੂੰਘੇ ਪਰਿਵਾਰਕ ਸ਼ੌਕ ਦੇ ਵਿੱਚ ਹੋਣ ਦੇ ਬਾਵਜੂਦ ਉਹਨਾਂ ਦਾ ਪੰਥ ਪ੍ਰਤੀ ਪਿਆਰ ਔਰ ਖਾਲਿਸਤਾਨ ਪ੍ਰਤੀ ਜਿਹੜੀ ਵਚਨਬੱਧਤਾ ਹੈ ਉਹ ਰਿਮਾਰਕੇਬਲ ਹੈ। ਔਰ ਅਸੀਂ ਜਿੱਥੇ ਇਹ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਸਮੁੱਚੇ ਪਰਿਵਾਰ ਨੂੰ ਸਤਿਗੁਰੂ ਹਿੰਮਤ ਦੇਣ, ਪਾਣਾ ਮੰਨਣ ਦਾ ਬਲ ਬਖਸ਼ਣ, ਉੱਥੇ ਅਸੀਂ ਜਿਹੜਾ ਹੈ ਦੁਨਿਆਵੀ ਜੀਵ ਹੋਣ ਦੇ ਨਾਤੇ ਇਹ ਵੀ ਸਮਝਦੇ ਹਾਂ ਕਿ ਇਹ ਆਵਣ ਜਾਣ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਇਹ ਉਸ ਅਕਾਲ ਪੁਰਖ ਦੇ ਹੁਕਮ 'ਚ ਹੁੰਦਾ ਹੈ। ਔਰ ਅਸੀਂ ਵੀਰ ਜਤਿੰਦਰ ਸਿੰਘ ਔਰ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਤੁਸੀਂ ਦੱਸਿਆ ਹੀ ਹੈ ਕਿ ਕੱਲ ਸਾਡਾ ਸਾਰਾ ਕੰਪਿਊਟਰ ਸਿਸਟਮ ਕੋਲੈਪਸ ਹੋ ਗਿਆ ਸੀ। ਅੱਜ ਸਾਡੀ ਟੈਕਨੀਕਲ ਟੀਮ ਨੇ ਮਿਹਨਤ ਕਰਕੇ ਉਸ ਨੂੰ ਕੀਤਾ। ਹਾਲਾਂਕਿ ਪ੍ਰੋਗਰਾਮ ਕੱਲ IP ਬਾਕਸ ਔਰ ਦੂਸਰਿਆਂ ਦੇ ਉੱਤੇ ਚੱਲਿਆ, ਅਪਲੋਡ ਬਾਅਦ ਦੇ ਵਿੱਚ ਉਸ ਨੂੰ ਕੀਤਾ ਗਿਆ। ਜਿਹੜਾ ਸਾਡੀ ਕੋਸ਼ਿਸ਼ ਸੀ ਕਿ ਜਿੰਨੇ ਵੀ WhatsApp ਗਰੁੱਪਸ ਰਾਹੀਂ ਜਾਂ ਦੂਸਰਿਆਂ ਰਾਹੀਂ ਵੀ ਜਿਹੜੇ ਰੈਗੂਲਰ ਵਿਊਅਰ ਨੇ ਉਹਨਾਂ ਤੱਕ ਪਹੁੰਚਦਾ ਕੀਤਾ ਜਾਏ, ਪਰ ਉਹ ਅਪਲੋਡਡ ਹੈ। ਉਹਦੇ 5 ਸੈਗਮੈਂਟ ਵੀ ਅੱਡ ਜਿਹੜੇ ਨੇ ਅਪਲੋਡਡ ਨੇ। ਕਾਫੀ ਅਹਿਮ ਪ੍ਰੋਗਰਾਮ ਸੀ। ਸੋ ਜਿਨ੍ਹਾਂ ਨੂੰ ਕੱਲ ਲਾਈਵ ਦੇਖਣ ਦਾ ਮੌਕਾ ਨਹੀਂ ਬਣਿਆ ਉਹ ਵਾਪਸ ਵੈਬਸਾਈਟ ਤੇ ਜਾ ਕੇ ਉਸ ਨੂੰ ਦੇਖ ਸਕਦੇ ਨੇ ਜੀ। ਦੇਖੋ ਸਾਡੀ ਜਿਹੜੀ ਪਹੁੰਚ ਹੈ ਈਰਾਨ ਵਾਰ ਦੇ ਮੁੱਦੇ ਦੇ ਉੱਤੇ, ਉਸ ਨੂੰ ਐਪਰੀਸ਼ੀਏਟ ਕਰਨ ਵਾਲੇ ਵੀ ਬਹੁਤ ਨੇ ਤੇ ਕੁਝ ਕਾਮਕਲ ਜਿਨ੍ਹਾਂ ਦੇ ਅੰਦਰ ਨਾ ਵਿਵੇਕ ਹੈ, ਨਾ ਜਿਨ੍ਹਾਂ ਨੂੰ ਦੁਨੀਆ ਦੀ ਜਿਹੜੀ ਹੈ ਸਿਆਸਤ ਦੀ ਕੋਈ ਡੂੰਘੀ ਸਮਝ ਹੈ। ਫੇਸਬੁੱਕੀ ਵਿਦਵਾਨ ਜਿਨ੍ਹਾਂ ਦੇ ਲਈ ਕੁਝ ਐਨਾਲਿਸਟ ਲਫ਼ਜ਼ ਇਸਤੇਮਾਲ ਕਰਦੇ ਨੇ, ਉਹ ਉਸ ਦੇ ਕ੍ਰਿਟਿਕ ਵੀ ਨੇ। ਉਹਨਾਂ ਨੂੰ ਇਹ ਲੱਗਦਾ ਹੈ ਕਿ ਭਾਈ ਅੱਖਾਂ ਬੰਦ ਕਰਕੇ ਅਸੀਂ ਇਸ ਧਿਰ ਜਾਂ ਉਸ ਧਿਰ ਦੇ ਨਾਲ ਖਲੋ ਜਾਈਏ ਤੇ ਬਾਕੀ ਸਭ ਜਿਹੜਾ ਜਿਵੇਂ ਸਾਨੂੰ ਕਿਸੇ ਨੇ ਖਾਲਿਸਤਾਨ ਜਿਹੜਾ ਉਹ ਟਰੇ ਦੇ ਵਿੱਚ ਰੱਖ ਕੇ ਦੇ ਦੇਣੇ। ਮੈਂ ਸਮਝਦਾ ਵੀ ਸਾਡਾ ਹਮੇਸ਼ਾ ਇਹ ਯਤਨ ਹੁੰਦਾ ਹੈ ਵੀ ਅਲਟੀਮੇਟਲੀ ਜਦੋਂ ਅਸੀਂ ਪੋਲੀਟੀਕਲ ਐਂਟੀਟੀ ਖਾਲਿਸਤਾਨ ਜਾਂ ਇੱਕ ਆਪਣਾ ਇੰਡੀਪੈਂਡੈਂਟ ਸੋਵਰਨ ਮੁਲਕ ਦੀ ਜਦੋਜਹਿਦ ਦਾ ਜਿਹੜੀ ਹੈ ਉਹ 4 ਦਹਾਕਿਆਂ ਤੋਂ ਜ਼ਿਆਦਾ ਸਮੇਂ ਤੋਂ ਜ਼ਿਕਰ ਕਰਦੇ ਹਾਂ, ਉਸ ਦੇ ਲਈ ਜਿਨ੍ਹਾਂ ਨੇ ਆਪਣਾ ਖੂਨ ਡੋਲਿਆ, ਉਸ ਖੂਨ ਦਾ ਹੱਕ ਲੈਣ ਲਈ ਅਸੀਂ ਇਸ ਰਸਤੇ ਨੂੰ ਚੁਣਿਆ। ਤੇ ਫਿਰ ਇਹ ਮਹਿਜ਼ ਇੱਕ ਕੁਝ ਜ਼ਿਲ੍ਹਿਆਂ ਦਾ ਐਡਮਿਨਿਸਟ੍ਰੇਟਿਵ ਯੂਨਿਟ ਵਾਲਾ ਜਿੱਥੇ ਕਿ ਕੋਈ ਜਿਹੜਾ ਉਹ ਸਾਡੀ ਜਿਹੜੀ ਹੈ ਉਹ ਪਹੁੰਚ ਚੱਲਦੀ ਹੋਏ, ਉਹ ਉਹਦਾ ਨਾਂ ਨਹੀਂ ਹੈ। ਖਾਲਿਸਤਾਨ ਇੱਕ ਆਈਡੀਅਲ ਹੈ। ਉਹ ਆਈਡੀਅਲ ਜਿਹੜਾ ਇਨਸਾਨੀ ਕਦਰਾਂ ਕੀਮਤਾਂ 'ਤੇ ਆਧਾਰਿਤ ਹੈ। ਉਹ ਆਈਡੀਅਲ ਜਿਹੜਾ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕਦਾ ਹੈ। ਉਹ ਆਈਡੀਅਲ ਜਿਸ ਦਾ ਮੁੱਦਾ ਸ਼ਸਤਰ ਗਰੀਬ ਕੀ ਰੱਖਿਆ ਜਰਵਾਣੇ ਕੀ ਪੱਖਿਆ ਔਰ ਇਨਸਾਨੀਅਤ ਦਾ ਪਿਆਰ, ਇਨਸਾਨੀਅਤ ਦਾ ਦਰਦ ਔਰ ਇਨਸਾਨੀਅਤ ਦਾ ਭਲਾ। ਜਿਵੇਂ ਅੱਜ ਦੇ ਰੇਡੀਓ ਇੰਟਰਵਿਊ 'ਚ ਵੀ ਅੱਜ ਦੀ ਆਵਾਜ਼ 'ਚ ਮੈਂ ਕਿਹਾ ਸੀ ਕਿ ਮੁੱਢਲੇ ਤੌਰ ਦੇ ਉੱਤੇ ਜਿਹੜਾ ਸਾਡੇ ਜ਼ਿੰਮੇ ਕੰਮ ਲਾਇਆ ਹੋਇਆ ਹੈ ਖਾਲਸੇ ਦੇ ਜ਼ਿੰਮੇ, ਉਹ ਬੇਸਿਕ ਮੁੱਢਲੇ ਤੌਰ 'ਤੇ ਹੀ ਹੈ ਕਿ ਸਾਧ ਸਮੂਹ ਪ੍ਰਸੰਨ ਫਿਰੈ ਜਗ ਛਤਰ ਸਭੈ ਅਵਲੋਕ ਚਪੈਂਗੇ। ਤੇ ਜੇ ਅਸੀਂ ਇਖਲਾਕੀ ਕਦਰਾਂ ਕੀਮਤਾਂ, ਮੋਰਲ ਕਦਰਾਂ ਕੀਮਤਾਂ, ਇਨਸਾਨੀ ਦਰਦ ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ ਬਿਆਨਿਆ, ਜੇ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਸਕਤਾ ਸੀਹੋ ਮਾਰੇ ਪੈ ਵੱਗੈ ਖਸਮੈ ਸਾ ਪਰਸੋਈ। ਜੇ ਅਸੀਂ ਉਸ ਤੋਂ ਹਟ ਕੇ ਸਿਰਫ ਅੱਖਾਂ ਬੰਦ ਕਰਕੇ ਕਿਸੇ ਇੱਕ ਧਿਰ ਦੇ ਜਿਹੜਾ ਉਹ ਝੰਡਾ ਬਰਦਾਰ ਬਣਨਾ ਤੇ ਫਿਰ ਮੇਰਾ ਖਿਆਲ ਹੈ ਕਿ ਵੀ ਅਸੀਂ ਵੀ ਉਹਨਾਂ ਬਾਕੀ ਨੇਸ਼ਨਸ ਵਾਂਗ ਜਿਹੜੇ ਸਿਰਫ ਵਕਤੀ ਤੌਰ ਦੇ ਉੱਤੇ ਆਪਣੇ ਹਿੱਤ ਦੇਖ ਕੇ ਇੱਧਰ ਜਾਂ ਉੱਧਰ
ਹੁੰਦੇ ਨੇ ਉਹਨਾਂ ਤੋਂ ਅਸੀਂ ਕੋਈ ਵੱਖਰੇ ਨਹੀਂ ਹੋਵਾਂਗੇ। ਬਿਲਕੁਲ ਅਸੀਂ ਸਮਝਦੇ ਹਾਂ ਵੀ ਖਾਲਿਸਤਾਨ ਇੱਕ ਉਹ ਸੰਕਲਪ ਵੀ ਹੈ, ਆਈਡੀਅਲ ਵੀ ਹੈ ਔਰ ਕੁੱਲ ਇਨਸਾਨੀਅਤ ਦੇ ਲਈ ਇੱਕ ਰੋਲ ਮਾਡਲ ਮੁਲਕ ਦੇ ਤੌਰ ਤੇ ਜੇ ਅਸੀਂ ਉੱਥੋਂ ਤੱਕ ਪਹੁੰਚਣ ਲਈ ਜਿਹੜਾ ਉਹ ਮੋਰਲ ਰਸਤੇ ਨੂੰ ਨਹੀਂ ਚੁਣਦੇ ਜਾਂ ਠੀਕ ਨੂੰ ਠੀਕ ਕਹਿਣ ਦੀ ਹਿੰਮਤ ਨਹੀਂ ਰੱਖਦੇ। ਇਹ ਠੀਕ ਹੈ ਕਿ ਕੁਝ ਮੌਕਿਆਂ ਤੇ ਤੁਸੀਂ ਆਪਣੇ ਕੌਮੀ ਇੰਟਰਸਟ ਨੂੰ ਦੇਖਦੇ ਹੋ, ਤੁਸੀਂ ਸਾਇਲੈਂਟ ਹੋ ਸਕਦੇ ਹੋ, ਉਹ ਅਸੀਂ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਦੇਖਦੇ ਹਾਂ, ਲੇਕਿਨ ਜਿੱਥੇ ਮੁੱਢਲਾ ਜਿਹੜਾ ਸਿਧਾਂਤ ਇਨਵੋਲਵ ਹੁੰਦਾ ਹੈ ਉਹਦੇ ਨਾਲ ਜਿਹੜਾ ਅਸੀਂ ਕੰਪਰੋਮਾਈਜ਼ ਨਹੀਂ ਕਰ ਸਕਦੇ। ਸੋ ਜਿਹੜੇ ਆਪੋਜ਼ਿਟ ਵਿਊ ਰੱਖਦੇ ਨੇ ਅਸੀਂ ਉਹਨਾਂ ਨੂੰ ਵੀ ਬਰਾਬਰ ਕ੍ਰੈਡਿਟ ਦਿੰਦੇ ਹਾਂ। ਇਸ ਲਈ ਇਹ ਜੇ ਅਸੀਂ ਪਿਛਲੇ 18-19 ਦਿਨਾਂ ਤੋਂ ਜਦੋਂ ਤੋਂ ਇਹ 28 ਫਰਵਰੀ ਤੋਂ ਇਸ ਜੰਗ ਦੀ ਸ਼ੁਰੂਆਤ ਹੋਈ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਇਹਨੂੰ ਇੱਕ ਬੈਲੈਂਸ ਦੇ ਵਿੱਚ ਰੱਖ ਕੇ ਜਿੱਥੇ ਅਸੀਂ ਆਪਣੇ ਵਿਊਅਰਸ ਤੱਕ ਬਹੁਤ ਸਾਰੇ ਮੀਡੀਆ ਨੂੰ ਔਰ ਬਹੁਤ ਸਾਰੇ ਜਿਹੜੇ ਈਵਨ ਅਮਰੀਕਨ ਯੂਨੀਵਰਸਿਟੀਆਂ ਦੇ ਪ੍ਰੋਫੈਸਰ, ਉਹਨਾਂ ਦੇ ਸਾਬਕਾ ਜਿਹੜਾ CIA ਅਧਿਕਾਰੀ ਜਾਂ ਉਹਨਾਂ ਦੇ ਹੋਰ ਵੱਡੇ ਵੱਡੇ ਥਿੰਕ ਟੈਂਕ, ਇਸੇ ਤਰ੍ਹਾਂ ਇੰਟਰਨੈਸ਼ਨਲ ਐਨਾਲਿਸਟ ਨੂੰ ਅਸੀਂ ਸੁਣਦੇ ਹਾਂ, ਪੜ੍ਹਦੇ ਹਾਂ, ਦੇਖਦੇ ਹਾਂ। ਦਰਜਨਾਂ ਜਿਹੜੇ ਪ੍ਰਿੰਟਸ ਨੇ, ਪ੍ਰਿੰਟ ਜਰਨਲਿਜ਼ਮ ਵਾਲੇ ਲੋਕ, ਉਹਨਾਂ ਦੇ ਵਿਊ ਪੁਆਇੰਟ ਨੂੰ ਦੇਖਦੇ ਹਾਂ। ਫਿਰ ਉਸ 'ਚੋਂ ਸਾਡਾ ਸਿੱਖ ਨੁਕਤਾ ਨਿਗਾਹ ਤਾਂ ਹੈ ਹੀ ਹੈ, ਲੇਕਿਨ ਖਬਰਾਂ ਨੂੰ ਵੀ ਅਸੀਂ ਇੱਕ ਬੈਲੈਂਸ ਦੇ ਵਿੱਚ ਰੱਖ ਕੇ ਜਦੋਂ ਅਸੀਂ ਇਹ ਰਿਪੀਟਡਲੀ ਕਹਿੰਦੇ ਹਾਂ ਕਿ ਭਾਈ ਇਸ ਵੇਲੇ ਦੋਵੇਂ ਪਾਸਿਆਂ ਦੀਆਂ ਜਿਹੜੀਆਂ ਨੇ ਵਰਜ਼ਨਸ ਉਹਨਾਂ ਦੇ ਉੱਤੇ ਤੁਸੀਂ ਪਲੇਨਲੀ ਇਤਬਾਰ ਨਹੀਂ ਕਰ ਸਕਦੇ, ਉਹਨੂੰ ਤੁਸੀਂ ਉਸ ਦਾ ਨਿਰੀਖਣ ਕਰਦੇ ਹੋ। AI ਜਨਰੇਟਡ ਵੀਡੀਓਜ਼ ਨੇ ਤਾਂ ਹੁਣ ਹੋਰ ਵੀ ਇਸ ਕਿਸਮ ਦਾ ਉਸ ਕੰਮ ਨੂੰ ਰਾਦਰ ਵਧਾ ਦਿੱਤਾ ਹੈ ਦੇਖਣ ਦੇ ਲਈ ਕਿ ਵੀ ਇਹਦੇ 'ਚ ਠੀਕ ਕੀ ਹੈ ਔਰ ਗਲਤ ਕੀ ਹੈ। ਔਰ ਜੇ ਪਿਛਲੇ 24 ਘੰਟਿਆਂ ਦੀਆਂ ਡਿਵੈਲਪਮੈਂਟਸ ਵੱਲ ਨਜ਼ਰ ਮਾਰੀਏ ਤੇ ਜੇ ਮਿਲੀਟੈਰੀਲੀ ਜੇ ਇਸ ਨੂੰ ਟਾਰਗੇਟ ਫੁੰਡਣਾ ਕਹਿੰਦੇ ਨੇ, ਜੇ ਇਜ਼ਰਾਈਲ ਦੀ ਜਾਂ ਅਮਰੀਕਾ ਦੀ ਸਕਸੈਸ ਕਹਿਣੀ ਹੋਵੇ ਤਾਂ ਬਹੁਤ ਵੱਡੀ ਸਕਸੈਸ ਉਹਨਾਂ ਨੇ ਪਿਛਲੇ 24 ਘੰਟਿਆਂ 'ਚ ਵੀ ਹਾਸਲ ਕੀਤੀ ਹੈ, ਕਿਉਂਕਿ ਜਦੋਂ ਇਸ ਜੰਗ ਦੀ ਸ਼ੁਰੂਆਤ ਹੋਈ 28 ਫਰਵਰੀ ਨੂੰ ਪਹਿਲੀ ਸਟ੍ਰਾਈਕ ਜਿਹੜੀ ਸੀ ਉਹਨਾਂ ਦੀ, ਉਸ ਦੇ ਵਿੱਚ ਉਹਨਾਂ ਨੇ ਉਹਨਾਂ ਦੇ ਪ੍ਰਮੁੱਖ ਪੇਸ਼ਵਾ, ਰੂਹਾਨੀ ਆਗੂ ਔਰ ਪੋਲੀਟੀਕਲ ਗਾਈਡ ਜਿਹੜੇ ਮੁੱਖ ਤੌਰ ਦੇ ਉੱਤੇ ਅਲੀ ਖਮੇਨੀ, ਉਹਨਾਂ ਨੂੰ ਨਿਸ਼ਾਨੇ ਤੇ ਲਿਆ ਔਰ ਉਹਨਾਂ ਦਾ ਜਿਹੜੀ ਹੈ ਉਹ ਐਂਡ ਹੋਇਆ। ਨਾਲ ਦੀ ਨਾਲ ਉਹਨਾਂ ਦੇ ਹੋਰ ਵੀ ਪ੍ਰੋਮੀਨੈਂਟ ਲੋਕ ਮਾਰੇ ਗਏ। ਫਿਰ ਅਸੀਂ 2 ਦਿਨ ਪਹਿਲਾਂ ਜਦੋਂ ਪਿਛਲੇ ਕੱਲ ਵੀ ਜ਼ਿਕਰ ਕੀਤਾ ਸੀ ਤੇ ਸੈਕੰਡਲੀ ਇੰਪੋਰਟੈਂਟ ਟਾਰਗੇਟ ਉਹਨਾਂ ਦੇ ਸਿਕਿਉਰਿਟੀ ਮਿਨਿਸਟਰ ਅਲੀ ਲਾਰਜ਼ਾਨੀ, ਬਹੁਤ ਲਰਨਡ ਮੈਨ, ਵੈਸਟਰਨ ਯੂਨੀਵਰਸਿਟੀਆਂ 'ਚ ਪੜ੍ਹਿਆ ਹੋਇਆ, ਇੱਥੋਂ ਵੀ ਪੜ੍ਹਾਉਂਦੇ ਰਹੇ ਔਰ ਦੂਸਰੇ ਵੈਸਟਰਨ ਫਿਲਾਸਫੀ ਨੂੰ ਵੀ ਸਮਝਣ ਵਾਲਾ, ਆਪਣੀ ਜਿਹੜੀ ਹੈ ਇਸਲਾਮਿਕ ਦੇ ਨਾਲ ਵੀ ਵੈਲ ਬੈਲੈਂਸਡ, ਔਰ ਇਹ ਵੀ ਕੁਝ ਮਾਮਲਿਆਂ ਦੇ ਵਿੱਚ ਰਾਦਰ ਉਸ ਨੂੰ ਲਿਬਰਲ ਵੀ ਮੰਨਿਆ ਜਾਂਦਾ ਸੀ, ਜਿਵੇਂ ਹਿਜਾਬ ਪਹਿਨਣ ਨੂੰ ਲੈ ਕੇ ਜਿਹੜਾ ਬਹੁਤ ਸਖਤ ਵਰਤਾਰਾ ਇਰਾਨੀਅਨ ਅਥਾਰਟੀਜ਼ ਦਾ ਰਿਹਾ। ਮਿਸਟਰ ਲਾਰਜ਼ਾਨੀ ਦਾ ਇੱਕ ਡਿਫਰੈਂਟ ਵਿਊ ਪੁਆਇੰਟ ਰਿਹਾ। ਸੋ ਬੀਤੇ ਕੱਲ ਜਿਹੜਾ ਲਾਰਜ਼ਾਨੀ ਨੂੰ ਉਹਨਾਂ ਨੇ ਇਜ਼ਰਾਈਲ ਨੇ ਟਾਰਗੇਟ ਕਰਕੇ ਜਿਹੜਾ ਫਿਨਿਸ਼ ਕੀਤਾ ਔਰ ਇਹਨਾਂ 24 ਘੰਟਿਆਂ ਦੇ ਵਿੱਚ ਤੀਸਰਾ ਜਿਹੜਾ ਵੱਡਾ ਨਿਸ਼ਾਨਾ ਉਹਨਾਂ ਨੇ ਫੁੰਡਿਆ, ਇੰਟੈਲੀਜੈਂਸ ਮਿਨਿਸਟਰ ਇਸਮਾਇਲ ਖਾਤਿਬ। ਹੁਣ ਇੱਕ ਪਾਸੇ ਤਾਂ ਜਿਹੜੇ ਐਕਸਪਰਟ ਨੇ ਉਹ ਇਹ ਵੀ ਦੇਖ ਰਹੇ ਨੇ ਕਿ ਵੀ ਗਰਾਊਂਡ ਦੇ ਉੱਤੇ ਕੋਈ ਫਰਕ ਪੈਂਦਾ ਨਹੀਂ ਜਾਪਦਾ। ਇਜ਼ਰਾਈਲ ਵੀ ਇਹ ਕਹਿੰਦਾ ਹੈ ਕਿ ਜੀ ਕੋਈ ਗੱਲ ਨਹੀਂ ਹੈ, ਅਸੀਂ ਇਸ ਕਿਸਮ ਦੀ ਲੋਅਰ ਟਾਇਰ ਤੱਕ ਲੀਡਰਸ਼ਿਪ ਖੜੀ, ਪਰ ਇਵੇਂ ਨਹੀਂ ਹੈ। ਇਸ ਦੇ ਉਲਟ ਜੇ ਇਹ ਕਹਿਣਾ ਹੋਏ ਕਿ ਬੇਸ਼ੱਕ ਈਰਾਨ ਵੱਲੋਂ ਤਾਬੜਤੋੜ ਮਿਜ਼ਾਈਲ ਹਮਲੇ ਤਾਂ, ਡਰੋਨ ਹਮਲੇ ਤਾਂ ਇਜ਼ਰਾਈਲ ਦੇ ਉੱਤੇ ਰਹੇ ਹੀ ਨੇ। ਹੁਣ ਪਿਛਲੇ 24 ਘੰਟਿਆਂ 'ਚ ਉਹਨਾਂ ਨੇ ਕਲਸਟਰ ਬੰਬਸ ਜਿਹੜੀ ਮਿਜ਼ਾਈਲ ਰਾਹੀਂ ਜਾਂਦੇ ਨੇ ਔਰ ਉਸ ਦੇ ਕਲਸਟਰ ਅੱਡ-ਅੱਡ ਗਰੁੱਪ ਬਣ ਕੇ ਫਿਰ ਕਈ ਪਾਸੇ ਉਹ ਬਸਟ ਕਰਦੇ ਨੇ, ਉਸ ਨੂੰ ਜੰਗ ਦੇ ਵਿੱਚ ਝੋਕਿਆ। ਔਰ BBC ਦੀ ਰਿਪੋਰਟਿੰਗ ਵੀ ਸੀ ਕਿ ਉਹਨਾਂ ਨੇ ਕੁਝ ਜਿਹੜੇ ਮਾਰੇ ਗਏ ਲੋਕ ਨੇ ਜਿਨ੍ਹਾਂ ਘਰਾਂ ਦੇ ਉੱਤੇ ਉਹ ਬੰਬ ਡਿੱਗੇ ਨੇ, ਕਲਸਟਰ ਬੰਬ, ਉਸ ਦਾ ਜ਼ਿਕਰ ਕੀਤਾ। ਔਰ ਇਕਨੋਮਿਕਲੀ ਜਿਹੜਾ ਈਰਾਨ ਦੀ ਸਟ੍ਰੈਟਜੀ ਲੱਗਦੀ ਹੈ ਇਸ ਨੂੰ ਲਮਕਾਉਣ ਦੀ, ਕਿਉਂਕਿ ਇਸ ਗੱਲ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਵੀ ਜੋ ਵੀ ਪਲਾਨ ਇਹਨਾਂ ਨੇ ਕੀਤਾ ਹੋਏਗਾ, ਘੱਟੋ ਘੱਟ ਅਮਰੀਕਾ ਜਾਂ ਇਜ਼ਰਾਈਲ ਨੇ, ਪਲੈਨਿੰਗ ਤਾਂ ਜ਼ਿਆਦਾ ਇਜ਼ਰਾਈਲ ਦੀ ਹੋਏਗੀ, ਅਮਰੀਕਾ ਦਾ ਜਿਵੇਂ ਅਸੀਂ ਕਿਹਾ ਵੀ ਡਰੈਗ ਹੀ ਹੋਇਆ। ਉਹਨਾਂ ਨੂੰ ਜਿਹੜਾ ਇਹਦਾ ਇਕਨੋਮਿਕਲ ਇੰਪੈਕਟ ਹੈ ਇਸ ਦਾ ਸ਼ਾਇਦ ਇੰਨਾ ਜ਼ਿਆਦਾ ਨਾ ਹੋਏ। ਉਹਨਾਂ ਨੂੰ ਜਿਸ ਲੈਵਲ ਦੇ ਉੱਤੇ ਸਟ੍ਰੈਟ ਆਫ ਹਾਰਮੂਜ਼
ਜਿਸ ਦੇ ਉੱਤੇ ਇਹਨਾਂ ਸਾਰੇ 20 ਦਿਨਾਂ ਤੋਂ ਈਰਾਨ ਦਾ ਮੁਕੰਮਲ ਕੰਟਰੋਲ ਹੈ, ਕਿਹੜੀ ਸ਼ਿਪ ਜਾਣ ਦੇਣੀ ਹੈ ਕਿਹੜੀ ਨਹੀਂ। ਔਰ ਉਸ ਦੇ ਨਤੀਜੇ ਤੇ ਨਾਲ ਜਿਹੜਾ ਪਿਛਲੇ 24 ਘੰਟਿਆਂ 'ਚ ਈਰਾਨ ਨੇ ਇੱਕ ਵੱਡੀ ਫੈਸਿਲਿਟੀ ਜਿਹੜੀ ਹੈ ਆਇਲ ਪ੍ਰੋਡਿਊਸ ਵਾਲੀ ਉਹਨੂੰ ਵੀ ਫੁੰਡਿਆ। ਉਸ ਦੇ ਉੱਤੇ ਅੱਗ ਔਰ ਦੂਸਰੀ ਲੱਗੀ ਹੋਈ ਹੈ। ਨਤੀਜੇ ਦੇ ਤੌਰ ਤੇ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਆਲਰੇਡੀ $110 ਦੀ ਕਰੂਡ ਆਇਲ ਦੀ ਬੈਰਲ ਹੈ। ਸੋ ਇਹ ਇੱਕ ਆਪਣੇ ਆਪ ਦੇ ਵਿੱਚ ਜਿਹੜਾ ਉਹਨਾਂ ਦੀ ਈਰਾਨ ਉਸ ਐਂਗਲ ਤੋਂ ਦੇਖ ਰਿਹਾ ਹੈ, ਚੱਲ ਰਿਹਾ ਹੈ। ਔਰ ਕੋਈ ਵੀ ਡਿਵੈਲਪਮੈਂਟ ਗਰਾਊਂਡ ਤੇ ਇਸ ਕਿਸਮ ਦੀ ਨਹੀਂ ਹੈ ਜਿਹੜੀ ਕਿ ਕੋਈ ਰਿਜੀਮ ਲੀਡਰ ਤਾਂ ਜਿਵੇਂ ਅਸੀਂ ਕਿਹਾ ਵੀ ਤੀਸਰਾ ਪ੍ਰਮੁੱਖ ਆਗੂ ਜਿਹੜਾ ਉਹ ਉਹਨਾਂ ਨੂੰ ਜਿਹੜਾ ਆਫ ਦਾ ਸੀਨ ਕਰ ਦਿੱਤਾ ਹੈ। ਲੇਕਿਨ ਕੀ ਕਲੈਪਸ ਵਾਲੇ ਵਧੇਗਾ, ਹੋਰ ਜਾਏਗਾ, ਆਮ ਲੋਕਾਂ ਦੀ ਤਬਾਹੀ ਜ਼ਾਹਰ ਹੈ ਕਿ ਇਜ਼ਰਾਈਲ ਵੱਲੋਂ ਲਗਾਤਾਰ ਜਿਹੜਾ ਉਹ ਮਿਸਾਈਲਾਂ ਔਰ ਬੰਬ ਉਹਨਾਂ ਨਾਲ ਤਬਾਹੀ ਮਚਾਈ ਜਾ ਰਹੀ ਹੈ। ਹੁਣ ਗੱਲ ਆਈਸੋਲੇਸ਼ਨ ਦੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਈਰਾਨ ਨੇ ਜਿਵੇਂ ਆਇਲ ਫੈਸਿਲਿਟੀਜ਼, ਦੁਬਈ 에ਅਰਪੋਰਟ, ਬੈਂਕਿੰਗ ਸੈਕਟਰ ਜਿਹਦੇ ਥੱਲੇ ਇਹਨਾਂ ਸਾਰਿਆਂ ਮੁਲਕਾਂ ਦੀ ਖਾਸ ਤੌਰ ਤੇ ਫਿਊਚਰ 'ਚ ਉਹ ਸਮਝਦੇ ਸੀ ਜਿਵੇਂ ਆਬੂ ਧਾਬੀ ਜਾਂ ਦੂਸਰੇ ਜਿੱਥੇ ਆਇਲ ਹੈ ਜਾਂ ਦੁਬਈ ਉਹਨਾਂ ਦਾ ਮੁੱਕਿਆ ਹੋਇਆ ਹੀ ਹੈ, ਪਰ ਉਹਨਾਂ ਨੇ ਆਪਣੇ ਆਪ ਨੂੰ ਉਹਨਾਂ ਸੈਕਟਰਸ ਦੇ ਵਿੱਚ ਜਿੱਥੇ ਕਿ ਸ਼ੈਲ ਕੰਪਨੀਆਂ, ਕੋਈ ਟੈਕਸ ਨਹੀਂ ਹੈ, ਸੇਫਟੀ ਬੜੀ ਹੈ, ਉੱਥੇ ਲਾਅ ਐਂਡ ਆਰਡਰ ਬੜਾ ਅੰਡਰ ਕੰਟਰੋਲ ਹੈ, ਕੋਈ ਕ੍ਰਾਈਮ ਨਹੀਂ ਹੈ। ਸੋ ਬਹੁਤ ਸਾਰੇ ਦੁਨੀਆ ਦੇ ਧਨਾਢ ਔਰ ਜਿਹੜੇ ਵੈਲ ਆਫ ਲੋਕ ਸੀ ਉਹਨਾਂ ਨੇ ਉੱਥੇ ਆਪਣੇ ਘਰ ਬਣਾਏ ਜਾਂ ਦੂਜੇ, ਔਰ ਇੱਕ ਵੱਡੇ ਵਪਾਰ ਦਾ ਕੇਂਦਰ ਦੁਬਈ ਜਿਹੜਾ ਹੈ ਉਹ ਉਭਰਿਆ। ਪਰ ਈਰਾਨ ਨੇ, ਕਿਉਂਕਿ ਮੈਨੂੰ ਇਹ ਲੱਗਦਾ ਕਿ ਲੌਂਗ ਟਰਮ ਇਸ 'ਚੋਂ ਕੀ ਨਿਕਲੇਗਾ, ਇਸ 'ਚ ਹਰ ਕੋਈ ਆਪਣਾ, ਜਿਵੇਂ ਅਸੀਂ ਦੇਖਿਆ ਵੀ ਇਮੀਡੀਏਟ ਦਾ ਸਾਰੇ ਦਾ ਬੈਨੀਫਿਸ਼ਰੀ ਤਾਂ ਰਸ਼ੀਆ ਜਿਸ ਦੇ ਉੱਤੇ ਸੈਂਕਸ਼ਨਸ ਵੀ ਹਟਾ ਦਿੱਤੀਆਂ ਉਹਦੇ ਤੇਲ ਵਿਕਣ ਤੇ, ਔਰ ਦੂਸਰੇ ਔਰ ਇਸ 'ਚ ਜਿਹੜਾ ਇੱਕ ਕੈਜੂਅਲਟੀ ਜ਼ਾਹਰ ਹੈ ਕਿ ਯੂਕਰੇਨ ਦਾ ਮੁੱਦਾ ਜਿਹੜਾ ਉਹ ਬਣੇਗਾ। ਹੁਣ ਯੂਰਪ ਨੂੰ ਜਿਹੜੀ ਇਹ ਆਸ ਸੀ ਕਿ ਅਮਰੀਕਾ ਜਿਹੜਾ ਉਹ ਸਾਡੀ ਬੈਕ ਕਰੇਗਾ ਯੂਕਰੇਨ ਦੇ ਮੁੱਦੇ ਦੇ ਉੱਤੇ ਔਰ ਰਸ਼ੀਆ ਨੂੰ ਨਿਊਟਰਲਾਈਜ਼ ਕਰਨ ਲਈ, ਕਿਉਂਕਿ ਰਸ਼ੀਆ ਵੱਡਾ ਡੇਂਜਰ ਤਾਂ ਯੂਰਪ ਨੂੰ ਹੀ ਹੈ। ਔਰ ਇਹ ਜਦੋਂ ਕੋਲਡ ਵਾਰ ਚੱਲੀ ਉਸ ਪੀਰੀਅਡ ਦੇ ਵਿੱਚ ਨੈਟੋ ਦੀ ਹੋਂਦ ਜਿਹੜੀ ਹੈ ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨਸ ਦੀ, ਉਹ ਅਮਰੀਕਾ ਨੇ ਹੀ ਬਣਾਈ ਔਰ ਨੈਟੋ ਨੇ ਹਰ ਥਾਂ ਅਮਰੀਕਾ ਦੇ ਨਾਲ ਨਿਭਿਆ ਵੀ ਹੈ ਇੱਕ ਦੋ ਮੌਕਿਆਂ ਨੂੰ ਛੱਡ ਕੇ। ਔਰ ਲੇਕਿਨ ਹੁਣ ਜਿਸ ਅੰਦਾਜ਼ ਦੇ ਵਿੱਚ ਟੋਟਲ ਇੱਕ ਕਿਸਮ ਦੀ ਬਗਾਵਤ ਦੀ ਲਾਈਨ ਹੀ ਸਾਹਮਣੇ ਇਸ ਨੂੰ ਅਸੀਂ ਕਹਿ ਸਕਦੇ ਹਾਂ। ਔਰ ਇਸ ਬਾਰੇ ਪ੍ਰੈਜ਼ੀਡੈਂਟ ਟਰੰਪ ਨੇ ਆਪਣੀ ਡਿਸਅਪਾਇੰਟਮੈਂਟ ਵੀ ਜ਼ਾਹਰ ਕੀਤੀ ਸੀ। ਬ੍ਰਿਟਨ ਦੇ ਪ੍ਰਾਈਮ ਮਿਨਿਸਟਰ ਬਾਰੇ ਤਾਂ ਉਹਨਾਂ ਨੇ ਉਸ ਨੂੰ ਰਿਡੀਕਿਊਲ ਵੀ ਕੀਤਾ ਸੀ ਕਿ ਜੀ ਉਹ ਕਿਹੜਾ ਚਰਚਲ ਹੈ, ਔਰ ਉਹਨਾਂ ਨੇ ਕਿਹਾ ਕਿ ਵੀ ਨਾਈਸ ਮੈਨ, ਨਾਈਸ ਫੈਮਿਲੀ, ਲੇਕਿਨ ਇਸ ਮਾਮਲੇ 'ਚ ਉਹਨੇ ਸਾਥ ਨਹੀਂ ਦਿੱਤਾ। ਔਰ ਫਿਰ ਉਹਨਾਂ ਨੇ ਸ਼ਿਕਵਾ ਵੀ ਕੀਤਾ ਸੀ ਕਿ ਵੀ ਅਸੀਂ ਹਰ ਇੱਕ ਦੇ ਲਈ ਜਿਹੜਾ ਅਮਰੀਕਾ ਖਲੋਤਾ ਹੈ, ਪਰ ਅੱਜ ਜਦੋਂ ਸਾਨੂੰ ਲੋੜ ਹੈ ਤਾਂ ਸਾਡੇ ਨਾਲ ਇਹ ਖਲੋਣ ਨੂੰ ਤਿਆਰ ਨਹੀਂ। ਹੁਣ ਇਹ ਉਸ ਇੱਕ ਹਾਲਾਂ ਕੋਈ ਅਮਰੀਕਾ ਨੂੰ ਕੋਈ ਬਹੁਤ ਜ਼ਿਆਦਾ ਇਹਦੇ ਨਾਲ ਫਰਕ ਨਹੀਂ ਪੈਂਦਾ, ਲੇਕਿਨ ਜਿਹੜਾ ਕੋਈ ਵੀ, ਔਰ ਜ਼ਾਹਰ ਹੈ ਕਿ ਨੈਟੋ ਨੂੰ ਜਾਂ ਉਹਨਾਂ ਨੂੰ ਇਹ ਹੈ ਕਿ ਜੀ ਸਾਨੂੰ ਕਿਹੜਾ ਪੁੱਛ ਕੇ ਕੀਤਾ। ਲੇਕਿਨ ਕੁੱਲ ਮਿਲਾ ਕੇ ਜਿਹੜੀ ਇੱਕ ਸੁਪਰ ਪਾਵਰ ਹੁੰਦੀ ਹੈ, ਜਦੋਂ ਸੁਪਰ ਪਾਵਰ ਦੀ ਰਿਟ ਘਟਦੀ ਚਲੀ ਜਾਏ ਤੇ ਇਹ ਆਪਣੇ ਆਪ ਦੇ ਵਿੱਚ ਇੱਕ ਡਿਕਲਾਈਨ ਹੁੰਦਾ। ਈਰਾਨ ਦੇ ਹਵਾਲੇ ਨਾਲ ਉਹ ਤਾਂ ਆਲਰੇਡੀ ਲਗਭਗ 1979 ਤੋਂ ਲੈ ਕੇ ਹੁਣ ਤੱਕ ਇਹਨਾਂ 45 ਸਾਲਾਂ ਦੇ ਵਿੱਚ ਆਈਸੋਲੇਸ਼ਨ 'ਚ ਸੀ। ਆਇਲ ਰਿਜ਼ਰਵ ਜਿਹੜੇ ਨੇ ਉਹਨਾਂ ਦੇ ਕੋਲ ਨੇ, ਉਹ ਰਸ਼ੀਆ ਨੂੰ ਵੇਚਿਆ ਜਾਂ ਕੋਈ ਹੋਰ ਕਲੈਂਡੈਸਟਨ ਲਈ ਭਾਰਤ ਜਾਂ ਦੂਜੇ ਤੀਜੇ, ਉਹਨਾਂ ਦੀ ਆਰਥਿਕਤਾ ਦਾ ਤਾਂ ਕੋਈ ਬਹੁਤ ਚੰਗਾ ਹਾਲ ਨਹੀਂ ਸੀ, ਲੇਕਿਨ ਉਹਨਾਂ ਨੇ ਯੀਲਡ ਨਹੀਂ ਕੀਤਾ ਇਹਨਾਂ ਸਾਰੇ ਪੀਰੀਅਡ 'ਚ ਇੰਟਰਨੈਸ਼ਨਲ। ਹਾਲਾਂ ਉਹ ਗੱਲਬਾਤ ਦੇ ਵਿੱਚ ਓਬਾਮਾ ਪੀਰੀਅਡ ਦੇ ਵਿੱਚ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ UN ਦੀ ਉਹਦੇ ਨਾਲ ਸਮਝੌਤਾ ਹੋਇਆ, ਔਰ ਇਹ ਲੱਗਦਾ ਸੀ ਕਿ ਵੀ ਈਰਾਨ ਵਾਪਸ ਮੁੱਖ ਧਾਰਾ ਦੁਨੀਆ ਦੇ ਬਾਕੀ ਮੁਲਕਾਂ ਦੇ ਨਾਲ ਹੌਲੀ ਹੌਲੀ ਆਏਗਾ। ਪਰ ਇਹ ਇਜ਼ਰਾਈਲ ਦੇ ਏਜੰਡੇ 'ਚ ਨਹੀਂ ਸੀ। ਇਜ਼ਰਾਈਲ ਤਾਂ ਉਹਨੂੰ ਇਹ ਲੱਗਦਾ ਸੀ ਕਿ ਵੀ ਜਿਹੜਾ ਵੀ ਮਿਡਲ ਈਸਟ ਦੇ ਮੁਲਕਾਂ ਦੇ ਵਿੱਚ ਇੱਕ ਪਾਵਰ ਬਣ ਕੇ ਉਭਰਨ ਵੱਲ ਉਭਰਿਆ, ਇਜ਼ਰਾਈਲ ਨੂੰ ਲੱਗਾ ਜੀ ਇਹ ਸਾਡੀ ਹੋਂਦ ਨੂੰ ਖਤਰਾ ਹੈ। ਔਰ ਉਹਨਾਂ ਨੇ ਜਿਵੇਂ ਇਰਾਕ ਨੂੰ, ਔਰ ਫਿਰ ਅਸੀਂ ਲੀਬੀਆ ਨੂੰ ਦੇਖਦੇ ਹਾਂ, ਔਰ ਹੁਣ ਅਸੀਂ ਸੀਰੀਆ ਨੂੰ ਦੇਖਦੇ ਹਾਂ। ਸੋ ਉਹਨਾਂ ਦੀ ਉਸ ਲਿਸਟ ਦੇ ਵਿੱਚ ਈਰਾਨ ਦੇ ਉੱਤੇ ਹਮਲਾ ਕਰਾਉਣ ਦੇ ਲਈ
ਇਹਨਾਂ ਪਿਛਲੇ ਸਾਰੇ ਆਲਮੋਸਟ 20-25 ਸਾਲ ਤੋਂ ਇਜ਼ਰਾਈਲ ਦਾ ਜ਼ੋਰ ਲੱਗਾ ਹੋਇਆ ਸੀ, ਜਿਹਦੇ 'ਚੋਂ ਕਾਮਯਾਬ ਨਹੀਂ ਸੀ। ਸੋ ਹੁਣ ਮਿਸ ਇਨਫੋਰਮੇਸ਼ਨ ਦੇ ਨਾਲ, ਪਰਸੂਏਸ਼ਨ ਦੇ ਨਾਲ, ਐਪਸਟੀਨ ਫਾਈਲਸ ਦੇ ਨਾਲ, ਜਾਂ ਪਾਵਰਫੁਲ ਜਿਹੜੀ ਜਿਸ ਦੇ ਲਈ ਈਵਨ CIA ਆਫੀਸ਼ੀਅਲ ਦੂਸਰੇ ਜ਼ਾਓਨਿਸਟ ਲੌਬੀ ਕਹਿੰਦੇ ਨੇ, ਉਸ ਦੇ ਥੱਲੇ ਫਾਈਨਲੀ ਅਮਰੀਕਾ ਇਸ ਦੇ ਵਿੱਚ ਡਰੈਗ ਹੋਇਆ। ਇਸ ਜੰਗ ਦਾ ਜੇ ਈਰਾਨ ਡੀਕੈਪੈਸੀਟੇਟ ਹੁੰਦਾ ਹੈ, ਰਜੀਮ ਚੇਂਜ ਨਹੀਂ ਵੀ ਹੁੰਦਾ, ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਜਿੰਨੀ ਬਰਬਾਦੀ ਈਰਾਨ ਦੀ ਹੋਈ ਹੈ ਜਾਂ ਹੋ ਰਹੀ ਹੈ ਜਾਂ ਕੱਲ੍ਹ ਨੂੰ ਵੀ ਹੋਏਗੀ, ਅਗਲੇ 20 ਸਾਲ ਉਹ ਨਹੀਂ ਉੱਠੇਗਾ, ਉਹਦਾ ਫਾਇਦਾ ਇਜ਼ਰਾਈਲ ਨੂੰ ਹੀ ਹੋਏਗਾ। ਅਮਰੀਕਾ ਦੇ ਲਈ ਜੇ ਇਸ ਪੀਰੀਅਡ ਦੇ ਵਿੱਚ ਯੂਰਪੀਅਨ ਨੈਟੋ ਵਾਲੇ ਅੱਖਾਂ ਦਿਖਾਉਣ ਲੱਗ ਗਏ ਨੇ, ਜਾਂ ਅਮਰੀਕਾ 'ਚ ਜੇ ਸਾਰਾ ਇਕਨੋਮਿਕਲੀ ਜਿਸ ਲੈਵਲ ਦੇ ਉੱਤੇ ਗੈਸ ਪ੍ਰਾਈਸਿਸ ਇਫੈਕਟਡ ਹੋ ਰਹੀਆਂ ਨੇ ਵਿਦਨ ਅਮਰੀਕਾ ਵੀ ਅਸੀਂ ਦੇਖਦੇ ਹਾਂ, ਅਤੇ ਇਹ ਵੀ ਪੋਪੂਲੈਰਿਟੀ ਦੇ ਵਿੱਚ ਵੀ ਫਰਕ ਪਾ ਰਿਹਾ ਹੈ। ਔਰ ਇਸ ਵੇਲੇ ਜਿਹੜਾ ਅਮਰੀਕਾ ਦੇ ਵਿੱਚ ਪਬਲਿਕ ਓਪੀਨੀਅਨ ਵੀ ਹੈ, ਪਹਿਲੀ ਵਾਰ ਹੈ ਕਿ ਖੁੱਲ੍ਹ ਕੇ ਲੋਕ ਇਜ਼ਰਾਈਲ ਦੇ ਖਿਲਾਫ ਕਿ ਇਸ ਜੰਗ ਦੇ ਹਵਾਲੇ ਨਾਲ ਉਹਨਾਂ ਨੇ ਬੋਲਣਾ ਸ਼ੁਰੂ ਕੀਤਾ। ਔਰ ਇਸ ਦੇ ਉੱਤੇ ਜਿਹੜਾ ਖਾਸ ਤੌਰ 'ਤੇ ਮੇਰਾ ਖਿਆਲ ਹੈ ਵੀ ਕਾਫੀ ਨਿਰਾਸ਼ਤਾ ਵਾਲਾ ਪਾਰਟ ਤਾਂ ਨੈਟੋ ਦਾ ਜਿਹੜਾ ਰੁਖ ਹੀ ਹੈ, ਔਰ ਇਹਨਾਂ ਦੇ ਮੇਨ ਜਿਹੜੀਆਂ ਇੰਟਰਨੈਸ਼ਨਲ ਮੀਡੀਆ ਦੀ ਨਾਟ ਆਵਰ ਵਾਰ, Europe says no to Trump, or Europeans have long been wary that angering Trump could mean he cuts them loose on Ukraine or tries to force Kyiv to accept a deal that favors Moscow. ਕਿ ਵੀ ਇਹ ਯੂਰਪ ਵਾਲਿਆਂ ਨੇ ਹੁਣ ਈਵਨ ਇਸ ਰਿਸਕ ਨੂੰ ਵੀ ਲੈ ਲਿਆ ਵੀ ਠੀਕ ਹੈ ਜੇ ਕੱਟ ਆਫ ਵੀ ਹੁੰਦਾ ਤੇ ਉਹ ਦੇਖਿਆ ਜਾਏਗਾ। ਔਰ ਇਸ 'ਚ ਜਿਹੜਾ ਉਹ ਕਾਫੀ ਸਟਰੋਂਗ ਜਰਮਨ ਦੇ ਚਾਂਸਲਰ ਫਰੈਡਰਿਕ ਮਰਜ਼ ਨੇ ਕਾਫੀ ਸਟਰੋਂਗ ਲੈਂਗੁਏਜ ਯੂਜ਼ ਕੀਤੀ ਹੈ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜਾ ਸਾਨੂੰ ਕਿਹਾ ਜਾ ਰਿਹਾ ਕਿ ਜੇ ਅਸੀਂ ਸ਼ਿਪ ਦਈਏ ਸਟੇਟ ਆਫ ਹਾਰਮੂਜ਼ ਨੂੰ ਖੁਲਾਈਏ, ਔਰ ਅਸੀਂ ਇਸ ਦਾ ਹਿੱਸਾ ਬਿਲਕੁਲ ਨਹੀਂ ਬਣਨਾ ਚਾਹੁੰਦੇ। ਔਰ ਟੂ ਦਿਸ ਡੇ ਦੇਰ ਇਜ਼ ਨੋ ਕਨਵਿੰਸਿੰਗ ਪਲਾਨ ਫਾਰ ਹਾਊ ਦਿਸ ਆਪਰੇਸ਼ਨ ਕੁਡ ਸਕਸੀਡ। ਵਾਸ਼ਿੰਗਟਨ ਹੈਜ਼ ਨਾਟ ਕੰਸਲਟਡ ਅਸ ਐਂਡ ਡਿਡਨਟ ਸੇ ਯੂਰਪੀਅਨ ਅਸਿਸਟੈਂਸ ਵਾਜ਼ ਨੈਸੈਸਰੀ। ਉਹਨੇ ਕਿਹਾ ਨਾ ਸਾਨੂੰ ਕੰਸਲਟ ਕੀਤਾ, ਨਾ ਹੀ ਕਿਹਾ ਨਾਲ ਉਹ, ਯਾਨੀ ਉਹਨਾਂ ਨੇ ਆਪਣਾ ਇਸ ਦੇ ਉੱਤੇ ਕਲੀਅਰ ਲਾਈਨ ਦਿਖਾਈ। ਔਰ ਇਸੇ ਤਰ੍ਹਾਂ ਉਹਨਾਂ ਦਾ ਡਿਫੈਂਸ ਮਿਨਿਸਟਰ ਵੀ ਜਿਹੜਾ ਉਹਨੇ ਇੱਕ ਕਦਮ ਹੋਰ ਅੱਗੇ ਜਾ ਕੇ ਕਿਹਾ ਦਿਸ ਇਜ਼ ਨਾਟ ਆਵਰ ਵਾਰ, ਵੀ ਹੈਵ ਨਾਟ ਸਟਾਰਟਡ ਇਟ। ਔਰ ਇਹ ਜਿਹੜਾ ਜਰਮਨ, ਫਰਾਂਸ, ਸਪੇਨ ਜਿਹੜਾ ਉਹ ਖੁੱਲ੍ਹ ਕੇ ਇਸ ਦੇ ਉੱਤੇ ਬੋਲ ਰਹੇ ਨੇ ਕਿ ਵੀ ਇਹ ਜਿਹੜਾ ਬਿਲਕੁਲ ਗਲਤ ਫੈਸਲਾ ਹੈ। ਇਸੇ ਤਰ੍ਹਾਂ ਈਵਨ UK ਦੇ ਪ੍ਰਾਈਮ ਮਿਨਿਸਟਰ ਮਿਸਟਰ ਸਟਾਰਮਰ ਨੇ ਵੀ ਜਿਹੜਾ ਜਦੋਂ ਟਾਲਾ ਵੱਟਿਆ ਕਿ ਵੀ ਅਸੀਂ ਇਹਦਾ ਹਿੱਸਾ ਨਹੀਂ ਬਣਾਂਗੇ, ਤੇ ਜਿਹੜਾ ਪਬਲਿਕ ਓਪੀਨੀਅਨ ਹੈ ਉਹ ਉਹਨਾਂ ਲੀਡਰਾਂ ਦੇ ਨਾਲ ਹੈ। 49% ਲੋਕ ਜਿਹੜੇ ਨੇ UK ਦੇ ਉਹ ਅਪੋਜ਼ ਕਰਦੇ ਨੇ ਜੋ ਈਰਾਨ ਦੇ ਉੱਤੇ ਹਮਲਾ ਹੋਇਆ, ਜਦੋਂ ਕਿ ਸਿਰਫ 28% ਜਿਹੜੇ ਨੇ ਉਹ ਸਪੋਰਟ ਕਰਦੇ ਨੇ। ਇਸੇ ਤਰ੍ਹਾਂ ਜਿਹੜੇ ਬਾਕੀ ਸਪੇਨ ਦੇ ਵਿੱਚ 68% ਲੋਕ ਇਸ ਜੰਗ ਦੇ ਵਿਰੁੱਧ ਨੇ, ਜਿਹੜਾ ਪਬਲਿਕ ਪੋਲ ਇਸ ਦੇ ਉੱਤੇ ਆਇਆ। ਔਰ ਇਸੇ ਤਰ੍ਹਾਂ ਡੋਨਲਡ ਟਰੰਪ ਦੇ ਉੱਤੇ ਜਿਹੜਾ ਬਾਕੀਆਂ ਦੇ ਵੀ ਜਿਹੜੇ ਕਾਮੈਂਟ ਨੇ ਉਹਦੇ 'ਚ ਜਰਮਨ ਦੇ ਵਿੱਚ 58% ਲੋਕ ਜਿਹੜੇ ਨੇ ਉਹ ਇਸ ਜੰਗ ਦੇ ਖਿਲਾਫ ਨੇ। ਔਰ ਇਹ ਸਾਰੇ ਦੇ ਉੱਤੇ ਯੂਰਪੀਅਨਸ ਨੇ ਬੜਾ ਕਲੀਅਰਲੀ ਇਸ ਦੇ ਉੱਤੇ ਲਾਈਨ ਲੈ ਲਈ ਹੈ। ਹੁਣ ਜਦੋਂ ਜੇ ਅਸੀਂ ਆਇਲ ਪ੍ਰਾਈਸ ਦੀ ਗੱਲ ਕਰੀਏ ਤਾਂ ਆਲਰੇਡੀ ਇਹ ਇੰਟਰਨੈਸ਼ਨਲੀ ਹੈ ਕਿ ਵੀ $110 ਇਹ ਬੈਰਲ ਹੋ ਗਿਆ ਆਫਟਰ ਗੈਸ ਫੀਲਡ ਸਟ੍ਰਾਈਕ ਜਿਹੜਾ ਈਰਾਨ ਨੇ ਕੀਤਾ। ਔਰ ਸਟ੍ਰੇਟ ਆਫ ਹਾਰਮੂਜ਼ ਉਸੇ ਤਰ੍ਹਾਂ ਈਰਾਨ ਦੇ ਕੰਟਰੋਲ 'ਚ ਹੈ। ਔਰ 90 ਸ਼ਿਪਸ ਜਿਹੜੀਆਂ ਨੇ ਅਬਾਊਟ 90 ਸ਼ਿਪਸ ਹੈਵ ਕ੍ਰਾਸਡ ਸਟ੍ਰੇਟ ਆਫ ਹਾਰਮੂਜ਼ ਸੋ ਫਾਰ ਐਜ਼ ਈਰਾਨ ਐਕਸਪੋਰਟਸ ਮਿਲੀਅਨਸ ਆਫ ਬੈਰਲਸ ਆਫ ਆਇਲ ਡਿਸਪਾਈਟ ਵਾਰ। ਈਰਾਨ ਦਾ ਤੇਲ ਜਾ ਰਿਹਾ ਹੈ, 90 ਸ਼ਿਪਸ ਜਿਹੜੀਆਂ ਨੇ ਉਹ ਸਟ੍ਰੇਟ ਆਫ ਹਾਰਮੂਜ਼ ਨੂੰ ਕ੍ਰਾਸ ਕਰ ਚੁੱਕੀਆਂ ਨੇ। ਔਰ ਇਸ ਦੇ ਉੱਤੇ ਜਿਹੜਾ ਈਰਾਨ ਨੇ ਬੜਾ ਕਲੀਅਰਲੀ ਇਹ ਕਿਹਾ ਕਿ ਵੀ ਈਵਨ ਜਿਹੜਾ ਦਲੀਪ ਸਿਨਹਾ ਇਹਨਾਂ ਦਾ ਇੰਡੀਆ ਦਾ ਰਿਪਰੈਜ਼ੈਂਟੇਟਿਵ ਰਿਹਾ ਬਹੁਤ ਵੱਡਾ UN 'ਚ, ਉਹਨੇ ਵੀ ਕਿਹਾ ਕਿ ਈਰਾਨ ਹੈਜ਼ ਸਰਪ੍ਰਾਈਜ਼ਡ ਐਵਰੀਵਨ ਕਿ ਇਸ ਸਾਰੇ ਹੁਣ ਇੱਕ ਪਾਸੇ ਕਿਉਂਕਿ ਸਾਰਾ ਧਿਆਨ ਈਰਾਨ ਦੇ ਉੱਤੇ ਕੇਂਦਰਿਤ ਹੈ, ਪਰ ਜਿਹੜੀ ਤਬਾਹੀ ਇਜ਼ਰਾਈਲ ਵੱਲੋਂ ਲਬਨਾਨ ਦੇ ਵਿੱਚ ਕੀਤੀ ਜਾ ਰਹੀ ਹੈ ਉਸ ਦੀਆਂ ਖਬਰਾਂ ਵੀ ਜਿਹੜੀਆਂ ਨੇ ਉਹ ਛੋਟਾ ਜਿਹਾ ਕਾਲਮ ਹੀ ਬਣਦਾ। ਔਰ ਯੂਨਾਈਟਿਡ ਨੇਸ਼ਨ ਨੇ ਅੱਜ ਕਿਹਾ ਕਿ ਮੋਰ ਦੈਨ 36,000 ਫਲਸਤੀਨੀਅਨਸ ਡਿਸਪਲੇਸਡ ਬਾਈ ਇਜ਼ਰਾਈਲੀ ਸੈਟਲਮੈਂਟ ਡਰਾਈਵ। ਇਸ ਤਾਜ਼ਾ ਜਿਹੜੀ ਸੈਟਲਮੈਂਟ ਡਰਾਈਵ ਹੈ ਵੈਸਟ ਬੈਂਕ ਔਰ ਗਜ਼ਾ ਦੇ ਵਿੱਚ ਵੀ ਜੋ ਇਜ਼ਰਾਈਲ ਕਰ ਰਿਹਾ, 36,000 ਫਲਸਤੀਨੀਅਨ ਜਿਹੜੇ ਨੇ ਉਹ
ਤਬਾਹੀ ਜਿਹੜੇ ਨੇ ਉਹ ਡਿਸਪਲੇਸ ਹੋਏ ਨੇ। ਫਿਰ ਇਸੇ ਤਰ੍ਹਾਂ ਹਿਜ਼ਬੁੱਲਾ ਦੇ ਖਿਲਾਫ ਲੜਾਈ ਦੇ ਨਾਂ ਥੱਲੇ ਇਜ਼ਰਾਈਲ ਡਬਲਸ ਟਰੂਪਸ ਇਨ ਹਿਜ਼ਬੁੱਲਾ ਫਾਈਟ ਸਰਚਿਸ ਹੋਮਸ ਇਨ ਸਾਊਥ ਲੈਬਨਾਨ। ਉੱਥੇ ਬੰਬਾਰਡਮੈਂਟ ਵੀ ਹੋ ਰਹੀ ਹੈ ਔਰ ਫੌਜ ਵੀ, ਔਰ ਯੂਰਪ ਦੇ 5-6 ਮੁਲਕਾਂ ਨੇ ਕਿਹਾ ਕਿ ਵੀ ਜੇ ਗਰਾਊਂਡ ਜਿਹੜਾ ਅਟੈਕ ਲੈਬਨਾਨ ਤੇ ਇਜ਼ਰਾਈਲੀ ਆਰਮੀ ਹੋਰ ਤੇਜ਼ੀ ਨਾਲ ਕਰਦੀ ਹੈ ਤੇ ਇਹ ਬਹੁਤ ਵੱਡਾ ਜਿਹੜਾ ਰੈਫਿਊਜੀ ਕ੍ਰਾਈਸਿਸ ਵੀ ਪੈਦਾ ਕਰੇਗਾ। ਔਰ ਈਵਨ ਜਿਹੜੇ 22 ਜਹਾਜ਼ ਸ਼ਿਪ ਜਿਹੜੇ ਨੇ ਇੰਡੀਆ ਬਾਉਂਡ ਨੇ ਉਹ ਵੀ ਉੱਥੇ ਸਟ੍ਰੇਟ ਆਫ ਹਾਰਮੂਜ਼ 'ਚ ਫਸੇ ਹੋਏ ਨੇ। ਸੋ ਕੁੱਲ ਮਿਲਾ ਕੇ ਇਹ ਸਿਨੇਰੀਓ ਜਿਹੜਾ ਆਲਮੋਸਟ 3 ਹਫ਼ਤੇ ਜਦੋਂ ਕਿ ਮੁਕੰਮਲ ਹੋਣ ਨੂੰ ਨੇ ਈਰਾਨ ਵਾਰ ਦੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣ ਬ੍ਰੇਕ ਔਰ ਬ੍ਰੇਕ ਜਾਣ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਅੱਜ ਸਾਨੂੰ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।